ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਲੈਕਚਰ 5 ਲੈ ਕੇ ਆਏ ਜੀ। ਟੌਪਿਕ ਹੈ ਭਵਨ ਨਿਰਮਾਣ, ਜਿਹਦੇ ਵਿੱਚ ਹੜੱਪਾ, ਵੈਦਿਕ ਅਤੇ ਹੋਰ ਸਾਰੇ ਟੌਪਿਕ ਆ ਜਾਣਗੇ। ਸੋ ਇਸ ਤੋਂ ਪਹਿਲਾਂ ਵਾਲੇ ਲੈਕਚਰ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਤੁਹਾਨੂੰ ਇਸੇ ਤਰ੍ਹਾਂ ਨਵੇਂ ਲੈਕਚਰ ਦੇ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਭਵਨ ਨਿਰਮਾਣ। ਤਾਂ ਪਹਿਲਾ ਪੁਆਇੰਟ ਹੈ ਜੀ, ਭਾਰਤੀ ਇਮਾਰਤ ਸਾਜੀ ਦੀ ਕਲਾ ਅਤੇ ਮੂਰਤੀ ਕਲਾ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨੀ ਪੁਰਾਣੀ ਸਿੰਧੂ ਘਾਟੀ ਦੀ ਸੱਭਿਅਤਾ ਹੈ। ਇਮਾਰਤ ਸਾਜੀ ਦੀ ਕਲਾ ਭਾਰਤੀ ਸੰਸਕ੍ਰਿਤੀ ਦੀ ਵਿਵਸਥਾ ਨੂੰ ਸਮਝਣ ਦੀ ਕੁੰਜੀ ਹੈ, ਕਿਉਂਕਿ ਇਹ ਵਿਭਿੰਨ ਕਾਲਾਂ ਵਿੱਚ ਵਿਭਿੰਨ ਸੰਸਕ੍ਰਿਤੀਆਂ ਅਤੇ ਵੱਖ-ਵੱਖ ਧਰਮਾਂ ਤੋਂ ਪ੍ਰਭਾਵਿਤ ਹੋਈ ਹੈ। ਯੂਨੈਸਕੋ ਨੇ 830 ਵਿਸ਼ਵ ਪ੍ਰਸਿੱਧ ਵਿਰਾਸਤ ਸਮਾਰਕਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਵਿੱਚੋਂ 20 ਭਾਰਤ ਵਿੱਚ ਹਨ। ਇਹ ਕੇਵਲ 6 ਦੇਸ਼ਾਂ ਤੋਂ ਘੱਟ ਹਨ। ਕਲਾ ਅਤੇ ਇਮਾਰਤ ਸਾਜੀ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹੈ। ਬਹੁਤ ਸਾਰੇ ਵਿਸ਼ਿਸ਼ਟ ਪੱਖ ਤੋਂ ਅੱਜ ਵੀ ਅਸੀਂ ਭਵਨ ਨਿਰਮਾਣ ਕਲਾ ਦੇਖਦੇ ਹਾਂ। ਉਹ ਭਾਰਤ ਦੇ ਲੰਮੇ ਇਤਿਹਾਸ ਵਿੱਚ ਹੀ ਵਿਕਸਿਤ ਹੋਏ। ਭਾਰਤੀ ਇਮਾਰਤ ਸਾਜੀ ਦੀ ਕਲਾ ਦੇ ਸਭ ਤੋਂ ਪ੍ਰਾਚੀਨ ਅਤੇ ਵਿਸ਼ਿਸ਼ਟ ਸਬੂਤ ਹੜੱਪਾ ਸੱਭਿਅਤਾ ਦੇ ਸ਼ਹਿਰਾਂ ਵਿੱਚ ਮਿਲੇ ਹਨ, ਜਿਨ੍ਹਾਂ ਤੋਂ ਉੱਥੋਂ ਦੀ ਸ਼ਹਿਰੀ ਯੋਜਨਾ ਦੀ ਅਨੋਖੀ ਸ਼ੈਲੀ ਦੀ ਵਿਲੱਖਣ ਜਾਣਕਾਰੀ ਮਿਲਦੀ ਹੈ। ਹੜੱਪਾ ਕਾਲ ਦੇ ਬਾਅਦ ਦੀ ਇਮਾਰਤ ਸਾਜੀ ਸ਼ੈਲੀਆਂ ਨੂੰ ਹਿੰਦੂ, ਬੌਧ ਅਤੇ ਜੈਨ ਇਮਾਰਤ ਸਾਜੀ ਦੇ ਰੂਪ ਵਿੱਚ ਵੰਡਿਆ ਗਿਆ ਹੈ। ਮੱਧਕਾਲੀ ਇਮਾਰਤ ਸਾਜੀ ਫਾਰਸੀ ਅਤੇ ਦੇਸੀ ਸ਼ੈਲੀਆਂ ਦੇ ਸੁਮੇਲ ਦਾ ਦੌਰ ਸੀ। ਇਸ ਤੋਂ ਬਾਅਦ ਬਸਤੀਵਾਦੀ ਕਾਲ ਵਿੱਚ ਭਾਰਤੀ ਇਮਾਰਤ ਸਾਜੀ ਉੱਤੇ ਪੱਛਮੀ ਇਮਾਰਤ ਸਾਜੀ ਸ਼ੈਲੀਆਂ ਦਾ ਪ੍ਰਭਾਵ ਪਿਆ। ਇਸ ਪ੍ਰਕਾਰ ਭਾਰਤੀ ਇਮਾਰਤ ਕਲਾ ਦਾ ਨਿਰਮਾਣ ਦੇਸੀ ਸ਼ੈਲੀਆਂ ਅਤੇ ਬਾਹਰੀ ਪ੍ਰਭਾਵਾਂ ਦੇ ਸੁਮੇਲ ਤੋਂ ਹੋਇਆ, ਜਿਸ ਦੇ ਸਿੱਟੇ ਵਜੋਂ ਇਸ ਦੀ ਆਪਣੀ ਇੱਕ ਅਨੋਖੀ ਵਿਸ਼ੇਸ਼ਤਾ ਬਣ ਗਈ। ਵੱਖ-ਵੱਖ ਕਾਲਾਂ ਵਿੱਚ ਵਸਤੂ ਕਲਾ ਜਾਂ ਇਮਾਰਤ ਕਲਾ ਨੇ ਸਥਾਨਕ ਅਤੇ ਪ੍ਰਦੇਸ਼ਕ ਸਾਂਸਕ੍ਰਿਤਿਕ ਪਰੰਪਰਾਵਾਂ, ਉਪਲਬਧ ਸਮੱਗਰੀ, ਸਮਾਜਿਕ ਜ਼ਰੂਰਤਾਂ, ਆਰਥਿਕ ਸਮਰਿੱਧੀ, ਵੱਖ-ਵੱਖ ਸਮਿਆਂ ਦੇ ਸਥਾਨਿਕ ਪ੍ਰਤੀਕਾਂ ਨੂੰ ਧਿਆਨ ਵਿੱਚ ਰੱਖਿਆ। ਭਾਵ ਇਮਾਰਤ ਕਲਾ ਦਾ ਅਧਿਐਨ ਸਾਨੂੰ ਸੱਭਿਆਚਾਰਕ ਵੱਖਰਤਾਵਾਂ ਦਾ ਗਿਆਨ ਕਰਵਾਉਂਦਾ ਹੈ ਅਤੇ ਸਾਨੂੰ ਭਾਰਤ ਦੀਆਂ ਪ੍ਰਸਿੱਧ ਪਰੰਪਰਾਵਾਂ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਦਾ ਹੈ। ਅੱਗੇ ਆਉਂਦਾ ਜੀ ਹੜੱਪਾ ਕਾਲ। ਹੜੱਪਾ ਅਤੇ ਮੋਹਨਜੋਦੜੋ ਅਤੇ ਸਿੰਧੂ ਘਾਟੀ ਸੱਭਿਅਤਾ ਦੇ ਅਨੇਕ ਥਾਵਾਂ ਤੋਂ ਖੁਦਾਈ ਹੋਈ ਤੋਂ ਇੱਕ ਅਤੀ ਆਧੁਨਿਕ ਸ਼ਹਿਰੀ ਸੱਭਿਅਤਾ ਦਾ ਪਤਾ ਲੱਗਦਾ ਹੈ, ਜਿੱਥੇ ਵਿਸ਼ਿਸ਼ਟ ਨਾਗਰਿਕ ਸੱਭਿਅਤਾ ਅਤੇ ਨਿਰਮਾਣ ਕੌਸ਼ਲ ਮੌਜੂਦ ਸੀ। ਅਤੀ ਆਧੁਨਿਕ ਨਿਕਾਸੀ ਪ੍ਰਣਾਲੀ, ਯੋਜਨਾਬੱਧ ਰਸਤੇ, ਗਲੀਆਂ ਅਤੇ ਘਰਾਂ ਤੋਂ ਪਤਾ ਲੱਗਦਾ ਹੈ ਕਿ ਆਰੀਆ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਇੱਕ ਅਤੀ ਵਿਕਸਿਤ ਸੰਸਕ੍ਰਿਤੀ ਹੋਂਦ ਰੱਖਦੀ ਸੀ। ਅਗਲਾ ਪੁਆਇੰਟ ਹੈ ਜੀ ਸਿੰਧੂ ਘਾਟੀ ਸੱਭਿਅਤਾ ਦੀਆਂ ਥਾਵਾਂ ਦੀ ਖੁਦਾਈ। ਭਾਰਤੀ ਪੁਰਾਤਤਵਿਕ ਸਰਵੇਖਣ ਦੀ ਦੇਖ-ਰੇਖ ਵਿੱਚ ਹੋਈ ਸੀ, ਜਿਸ ਦੀ ਸਥਾਪਨਾ ਅੰਗਰੇਜ਼ਾਂ ਦੇ ਦੁਆਰਾ ਕੀਤੀ ਗਈ ਸੀ। ਹੜੱਪਾ ਦੇ ਲੋਕਾਂ ਨੇ ਮੁੱਖ ਰੂਪ ਵਿੱਚ 3 ਪ੍ਰਕਾਰ ਦੇ ਭਵਨਾਂ ਦਾ ਨਿਰਮਾਣ ਕੀਤਾ ਸੀ: ਨਿਵਾਸ ਘਰ, ਸਤੰਭਾਂ ਵਾਲੇ ਵੱਡੇ ਹਾਲ ਅਤੇ ਸਰਵਜਨਿਕ ਇਸ਼ਨਾਨ ਘਰ। ਸੋ ਇਹ ਪੁਆਇੰਟ ਤੁਸੀਂ ਜ਼ਰੂਰ ਨੋਟ ਕਰਿਓ। ਅਗਲਾ ਪੁਆਇੰਟ ਹੈ ਹੜੱਪਾ ਦੀ ਇਮਾਰਤ ਸਾਜੀ ਦਾ ਸਭ ਤੋਂ ਮਹੱਤਵਪੂਰਨ ਲੱਛਣ ਹੈ ਉਹਨਾਂ ਦੀ ਉੱਚ ਪੱਧਰੀ ਨਾਗਰ ਯੋਜਨਾ ਕਲਾ ਅਤੇ ਉਹਨਾਂ ਦੇ ਨਾਗਰ, ਜਿਨ੍ਹਾਂ ਦਾ ਨਿਰਮਾਣ ਜਾਲੀਦਾਰ ਰੂਪ ਰੇਖਾ ਦੇ ਆਧਾਰ 'ਤੇ ਕੀਤਾ ਗਿਆ ਸੀ। ਸੜਕਾਂ ਇੱਕ ਦੂਜੀ ਨੂੰ ਸਮਕਾਉਣ 'ਤੇ ਕੱਟਦੀਆਂ ਸਨ ਅਤੇ ਬਹੁਤ ਚੰਗੀ ਤਰ੍ਹਾਂ ਬਣਾਈਆਂ ਗਈਆਂ ਸਨ। ਸਿੰਧੂ ਘਾਟੀ ਦੇ ਨਾਗਰ ਨਦੀਆਂ ਦੇ ਕਿਨਾਰੇ 'ਤੇ ਵਸੇ ਹੋਏ ਸਨ, ਇਸ ਲਈ ਅਕਸਰ ਉਹ ਭਿਅੰਕਰ ਹੜ੍ਹਾਂ ਦੇ ਵਿੱਚ ਬਰਬਾਦ ਹੋ ਜਾਂਦੇ ਸਨ। ਇਸ ਦੇ ਬਾਵਜੂਦ ਵੀ ਸਿੰਧੂ ਘਾਟੀ ਦੇ ਨਿਵਾਸੀ ਉਹਨਾਂ ਨੂੰ ਸਥਾਪਨਾ ਅਤੇ ਉਹਨਾਂ ਉੱਪਰ ਹੀ ਪੁਨਰ ਨਿਰਮਾਣ ਕਰਦੇ ਸਨ। ਇਸੇ ਕਾਰਨ ਹੀ ਖੁਦਾਈ ਦੇ ਦੌਰਾਨ ਪਰਤ ਦਰ ਪਰਤ ਨਿਵਾਸ ਸਥਾਨ ਅਤੇ ਭਵਨ ਮਿਲੇ ਹਨ। ਸਿੰਧੂ ਘਾਟੀ ਸੱਭਿਅਤਾ ਦਾ ਅੰਤ ਜਾਂ ਪਤਨ ਸੰਭਵ ਹੈ। ਦੂਸਰੀ ਸਦੀ ਈਸਵੀ ਪੂਰਵ ਵਿੱਚ ਇਹ ਕਿਵੇਂ ਹੋਇਆ, ਇਹ ਅਜੇ ਤੱਕ ਇੱਕ ਰਹੱਸ ਬਣਿਆ ਹੋਇਆ ਹੈ। ਸਾਰੇ ਨਿਰਮਾਣ ਕਾਰਜ ਨੂੰ ਅਤ ਮਜ਼ਬੂਤ ਬਣਾਉਣ ਦੇ ਲਈ ਮਿੱਟੀ
ਗਾਰੇ ਨੂੰ ਬਹੁਤ ਚੰਗੀ ਤਰ੍ਹਾਂ ਪਕਾ ਕੇ ਇੱਟਾਂ ਦੀ ਮੋਟੀ ਪਰਤ ਬਣਾਈ ਜਾਂਦੀ ਸੀ। ਇਹਨਾਂ ਭਾਵਨਾਂ ਦੀ ਮਜ਼ਬੂਤੀ ਅੱਜ ਵੀ ਦੇਖੀ ਜਾ ਸਕਦੀ ਹੈ। ਪਿਛਲੇ 5000 ਵਰ੍ਹੇ ਪਹਿਲਾਂ ਨਸ਼ਟ ਕਰੇ ਜਾਣ 'ਤੇ ਵੀ ਭਾਵਨਾ ਦੇ ਇਹ ਅਵਸ਼ੇਸ਼ ਜਾਂ ਖੰਡਰ ਨੇ ਜਿਹੜੇ ਉਹ ਅੱਜ ਵੀ ਬਚੇ ਹੋਏ ਨੇ। ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ। ਹੜੱਪਾ ਦੇ ਲੋਕਾਂ ਨੂੰ ਮੂਰਤੀ ਕਲਾ ਅਤੇ ਹੱਥ ਕਲਾ ਦਾ ਗਿਆਨ ਸੀ ਅਤੇ ਕੌਸ਼ਲ ਪ੍ਰਾਪਤ ਸੀ। ਦੁਨੀਆ ਦੀ ਪਹਿਲੀ ਤਾਂਬੇ ਦੀ ਨਾਚੀ ਦੀ ਮੂਰਤੀ ਮੋਹਨਜੋਦੜੋ ਦੇ ਵਿੱਚ ਮਿਲੀ ਸੀ। ਤਾਂ ਇਸ 'ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਪਹਿਲੀ ਤਾਂਬੇ ਦੀ ਨਾਚੀ ਮੂਰਤੀ ਕਿੱਥੇ ਮਿਲੀ ਸੀ? ਤਾਂ ਇਹ ਮਿਲੀ ਸੀ ਜੀ ਮੋਹਨਜੋਦੜੋ ਦੇ ਵਿੱਚ। ਹੜੱਪਾ ਦੇ ਲੋਕਾਂ ਨੂੰ ਮੂਰਤੀ ਕਲਾ ਅਤੇ ਹੱਥ ਕਲਾ ਦਾ ਗਿਆਨ ਸੀਗਾ, ਕੌਸ਼ਲ ਪ੍ਰਾਪਤ ਸੀ। ਯੋਗ ਮੁਦਰਾ ਵਿੱਚ ਇੱਕ ਪੁਰਸ਼ ਦੀ ਮੂਰਤੀ, ਖੁਦਾਈ ਦੌਰਾਨ ਹੋਈ ਚਿੱਤਰਲਿਪੀ ਵਾਲੀਆਂ ਮੋਹਰਾਂ, ਪਹਿਨਣ ਵਾਲੇ ਸੁੰਦਰ ਗਹਿਣੇ, ਬਲਦਾਂ ਦੀਆਂ ਮੂਰਤੀਆਂ, ਇੱਕ ਸਿੰਘ ਵਾਲੇ ਪਸ਼ੂਪਤੀ ਦੀਆਂ ਤਸਵੀਰਾਂ ਪ੍ਰਾਪਤ ਹੋਈਆਂ ਸਨ। ਚਿੱਤਰਲਿਪੀ ਵਾਲੀਆਂ ਖੁਦਾਈਆਂ ਹੋਈਆਂ ਮੋਹਰਾਂ ਆਦਿ ਵੀ ਖੁਦਾਈ ਵਿੱਚ ਮਿਲੀਆਂ ਸਨ। ਅੱਗੇ ਗੱਲ ਕਰਦੇ ਹਾਂ ਜੀ ਵੈਦਿਕ ਕਾਲ ਦੀ। ਵੈਦਿਕ ਕਾਲ ਦੇ ਬਾਅਦ ਆਰੀਆ ਆਏ। ਉਹ ਲੱਕੜੀ, ਬਾਂਸ ਅਤੇ ਸਰਕੰਡਿਆਂ ਦੇ ਮਕਾਨਾਂ ਵਿੱਚ ਰਹਿਣ ਲੱਗੇ। ਆਰੀਆ ਸੰਸਕ੍ਰਿਤੀ ਖੇਤੀ ਪ੍ਰਧਾਨ ਅਰਥਾਤ ਖੇਤੀ ਕਰਨ ਵਾਲਿਆਂ ਦੀ ਸੀ। ਇਸ ਕਰਕੇ ਇਸ ਦੌਰਾਨ ਵੱਡੇ ਭਵਨਾਂ ਦੀ ਅਣਹੋਂਦ ਮਿਲਦੀ ਹੈ। ਆਰੀਆ ਆਪਣੇ ਸ਼ਾਹੀ ਮਹਿਲਾਂ ਨੂੰ ਬਣਾਉਣ ਵਿੱਚ ਨਸ਼ਟ ਹੋਣ ਵਾਲੀ ਸਮੱਗਰੀ ਜਿਵੇਂ ਲੱਕੜੀ ਆਦਿ ਦਾ ਪ੍ਰਯੋਗ ਕਰਦੇ ਸਨ। ਇਸ ਕਰਕੇ ਉਹ ਸਮਾਂ ਬੀਤਣ ਦੇ ਨਾਲ ਨਸ਼ਟ ਹੋ ਗਈ। ਵੈਦਿਕ ਕਾਲ ਦਾ ਇੱਕ ਮਹੱਤਵਪੂਰਨ ਪਹਿਲੂ ਬੇਦੀ ਨੂੰ ਬਣਾਉਣਾ, ਜੋ ਛੇਤੀ ਲੋਕਾਂ ਦੀ ਸਮਾਜਿਕ ਧਾਰਮਿਕ ਜੀਵਨ ਦਾ ਆਧਾਰ ਬਣ ਗਈ। ਅੱਜ ਵੀ ਹਿੰਦੂ ਘਰਾਂ ਵਿੱਚ ਵਿਸ਼ੇਸ਼ ਕਰਕੇ ਵਿਆਹ ਸਮੇਂ ਅਗਨੀ ਬੇਦੀ ਦੀ ਮਹੱਤਵਪੂਰਨ ਭੂਮਿਕਾ ਹੈ। ਵਿਹੜੇ ਜਾਂ ਮੰਡਪ ਵਿੱਚ ਯੱਗਸ਼ਾਲਾ ਦੀ ਵੇਦੀ ਸਥਾਪਿਤ ਕਰਨ ਦੀ ਕਲਾ ਮਹੱਤਵਪੂਰਨ ਆਕ੍ਰਿਤੀ ਹੁੰਦੀ ਹੈ। ਸਾਨੂੰ ਗੁਰੂ ਕਲਾ ਅਤੇ ਆਸ਼ਰਮਾਂ ਦੇ ਪ੍ਰਸੰਗ ਵੀ ਮਿਲਦੇ ਹਨ। ਬਦਕਿਸਮਤੀ ਨਾਲ ਵੈਦਿਕ ਕਾਲ ਦਾ ਕੋਈ ਵੀ ਢਾਂਚਾ ਨਹੀਂ ਮਿਲਦਾ। ਇਮਾਰਤ ਸਾਜੀ ਦੇ ਇਤਿਹਾਸ ਵਿੱਚ ਭਵਨ ਨਿਰਮਾਣ ਵਿੱਚ ਇੱਟ, ਪੱਥਰ ਅਤੇ ਲੱਕੜ ਦੇ ਪ੍ਰਯੋਗ ਦਾ ਮਹੱਤਵਪੂਰਨ ਯੋਗਦਾਨ ਹੈ। ਅੱਗੇ ਆਉਂਦਾ ਜੀ ਬੁੱਧ ਕਾਲ। ਛੇਵੀਂ ਸਦੀ ਈਸਵੀ ਪੂਰਵ ਵਿੱਚ ਭਾਰਤ ਨੇ ਆਪਣੇ ਇਤਿਹਾਸ ਦੇ ਮਹੱਤਵਪੂਰਨ ਪੜਾਅ ਵਿੱਚ ਪ੍ਰਵੇਸ਼ ਕੀਤਾ। ਇੱਥੇ ਦੋ ਨਵੇਂ ਧਰਮ, ਜੈਨ ਧਰਮ ਅਤੇ ਬੁੱਧ ਧਰਮ ਦਾ ਉਦੈ ਹੋਇਆ। ਵੈਦਿਕ ਧਰਮ ਹੈ ਜਿਹੜਾ ਉਹ ਪਰਿਵਰਤਿਤ ਹੋਣ ਲੱਗਿਆ। ਲਗਭਗ ਉਸੇ ਸਮੇਂ ਵਿੱਚ ਵੱਡੇ ਰਾਜਾਂ ਦਾ ਵਿਕਾਸ ਹੋਇਆ। ਇਸ ਸਮੇਂ ਤੋਂ ਭਾਵ ਮਗਧ ਦੇ ਸਾਮਰਾਜ ਦੇ ਰੂਪ ਵਿੱਚ ਫੈਲਣ ਤੋਂ ਭਵਨ ਨਿਰਮਾਣ ਕਲਾ ਨੂੰ ਹੋਰ ਜ਼ਿਆਦਾ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਭਾਰਤੀ ਇਮਾਰਤ ਸਾਜੀ ਕਲਾ ਦੀ ਸੰਪੂਰਨ ਲੜੀ ਦੀ ਰੂਪਰੇਖਾ ਪੇਸ਼ ਕਰਨਾ ਸੰਭਵ ਹੈ। ਬੁੱਧ ਧਰਮ, ਜੈਨ ਧਰਮ ਦੇ ਉਦੈ ਨੇ ਭਾਰਤ ਦੀ ਆਰੰਭਕ ਇਮਾਰਤ ਕਲਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਅਗਲਾ ਪੁਆਇੰਟ ਹੈ ਬੁੱਧ ਸਤੂਪਾਂ ਦਾ ਨਿਰਮਾਣ ਉੱਥੇ ਹੀ ਹੋਇਆ ਜਿੱਥੇ ਬੁੱਧ ਦੇ ਅਵਸ਼ੇਸ਼ ਰੱਖੇ ਗਏ ਸੀ ਅਤੇ ਉਹਨਾਂ ਪ੍ਰਮੁੱਖ ਸਥਾਨਾਂ ਉੱਪਰ ਜਿੱਥੇ ਬੁੱਧ ਦੇ ਜੀਵਨ ਦੀਆਂ ਮਹਾਨ ਘਟਨਾਵਾਂ ਘਟੀਆਂ ਸਨ। ਮਿੱਟੀ ਗਾਰੇ ਨੂੰ ਸਾਵਧਾਨੀ ਨਾਲ ਤਪਾ ਕੇ ਬਣਾਈਆਂ ਛੋਟੀਆਂ ਇੱਟਾਂ ਨੂੰ ਜੋੜ ਕੇ ਸਤੂਪ ਬਣਾਏ ਗਏ। ਇੱਕ ਸਤੂਪ ਉਹਨਾਂ ਦੇ ਜਨਮ ਸਥਾਨ ਲੁੰਬਣੀ 'ਚ ਬਣਿਆ ਹੋਇਆ ਹੈ। ਦੂਸਰਾ ਗਜਾ ਦੇ ਵਿੱਚ ਬਣਿਆ ਹੋਇਆ ਹੈ ਜਿੱਥੇ ਪਿੱਪਲ ਦੇ ਦਰਖਤ ਦੇ ਹੇਠ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਤੀਸਰਾ ਸਤੂਪ ਹੈ ਜਿਹੜਾ ਉਹ ਸਾਰਨਾਥ ਵਿੱਚ ਬਣਿਆ ਹੋਇਆ ਹੈ ਜਿੱਥੇ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਅਤੇ ਚੌਥਾ ਸਤੂਪ ਕੁਸ਼ੀਨਗਰ ਵਿੱਚ ਬਣਿਆ ਹੋਇਆ ਹੈ ਜਿੱਥੇ ਉਹਨਾਂ ਨੇ 80 ਵਰ੍ਹਿਆਂ ਦੀ ਉਮਰ ਵਿੱਚ ਮਹਾਪਰਿਨਿਰਵਾਣ ਪ੍ਰਾਪਤ ਕੀਤਾ ਸੀ। ਬੁੱਧ ਦੀਆਂ ਅਸਥੀਆਂ ਨੂੰ ਜਿੱਥੇ ਰੱਖਿਆ ਗਿਆ ਹੈ ਉਹ ਸਥਾਨ ਜਿੱਥੇ ਬੁੱਧ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਘਟੀਆਂ, ਉਹ ਸਾਰੇ ਸਥਾਨ ਅੱਜ ਭਾਰਤ ਦੀ ਮਹੱਤਵਪੂਰਨ ਇਮਾਰਤ ਕਲਾ ਦੇ ਪ੍ਰਤੀਮਾਨ ਹਨ। ਜਿਨ੍ਹਾਂ ਮੱਠਾਂ ਵਿੱਚ ਭਿਕਸ਼ੂ ਅਤੇ ਭਿਕਸ਼ਣੀਆਂ ਰਹਿੰਦੀਆਂ ਸਨ ਉਹ ਅੱਜ ਵੀ ਮਹੱਤਵਪੂਰਨ ਤੀਰਥ ਸਥਾਨਾਂ ਦੇ ਤੌਰ 'ਤੇ ਜਾਣੇ ਜਾਂਦੇ ਹਨ। ਵਿਹਾਰ ਅਤੇ ਉਪਦੇਸ਼ਾਂ ਦੇ ਸਥਾਨ ਵੀ ਮਹੱਤਵਪੂਰਨ ਸਥਾਨਾਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਨੇ। ਆਮ ਲੋਕਾਂ ਅਤੇ ਭਿਕਸ਼ੂਆਂ ਦੇ ਵਿਚਕਾਰ ਸਿੱਖਿਆ ਅਤੇ ਆਪਸੀ ਵਿਚਾਰ ਵਟਾਂਦਰੇ ਲਈ ਸਮੁਦਾਇਕ ਭਾਵਨਾ ਦਾ ਨਿਰਮਾਣ ਵੀ ਕੀਤਾ ਗਿਆ ਸੀ। ਉਸ ਸਮੇਂ ਤੋਂ ਹੀ ਧਰਮ ਨੇ ਇਮਾਰਤ ਕਲਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਜਿੱਥੇ ਬੋਧੀਆਂ
ਅਤੇ ਜੈਨੀਆਂ ਨੇ ਸਤੂਪਾਂ, ਵਿਚਾਰਾਂ ਅਤੇ ਚੈਤਿਆਂ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਉੱਥੇ ਗੁਪਤ ਵੰਸ਼ ਦੇ ਸ਼ਾਸਨ ਕਾਲ ਵਿੱਚ ਮੰਦਰਾਂ ਦੀ ਪਹਿਲੀ ਵਾਰ ਨਿਰਮਾਣ ਸੀ ਜਿਹੜਾ ਉਹ ਸ਼ੁਰੂ ਹੋਇਆ ਸੀ। ਅੱਗੇ ਆਉਂਦਾ ਜੀ ਪ੍ਰਾਚੀਨ ਭਾਰਤ ਦੇ ਵਿੱਚ ਇਮਾਰਤ ਸਾਜੀ। ਇਹਦਾ ਪਹਿਲਾ ਪੁਆਇੰਟ ਹੈ ਭਾਰਤੀ ਇਮਾਰਤ ਸਾਜੀ ਦੇ ਇੱਕ ਮਹੱਤਵਪੂਰਨ ਚਰਨ ਦੀ ਸ਼ੁਰੂਆਤ ਮੌਰੀਆ ਦੇ ਸ਼ਾਸਨ ਕਾਲ ਨਾਲ ਹੁੰਦੀ ਹੈ। ਮੌਰੀਆ ਦੀ ਭੌਤਿਕ ਸਮਰਿੱਧੀ ਅਤੇ ਨਵੀਂ ਧਾਰਮਿਕ ਚੇਤਨਾ ਨੇ ਭਾਰਤ ਨੂੰ ਹਰ ਖੇਤਰ ਵਿੱਚ ਸਫਲਤਾ ਦਿਵਾਈ। ਯੂਨਾਨੀ ਸ਼ਾਸਕ ਸੈਲਿਊਕਸ ਨਿਕੋਟਰ ਦਾ ਰਾਜਪੂਤ ਮੈਕਸਥਨੀਜ਼ ਮੌਰੀਆ ਦੇ ਦਰਬਾਰ ਵਿੱਚ ਆਇਆ ਸੀ। ਮੈਕਸਥਨੀਜ਼ ਨੇ ਚੰਦਰਗੁਪਤ ਮੌਰੀਆ ਦੇ ਮਹਿਲ ਨੂੰ ਇਮਾਰਤ ਸਾਜੀ ਦੀ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ ਹੈ। ਚੰਦਰਗੁਪਤ ਮੌਰੀਆ ਦਾ ਮਹਿਲ ਜਿਹੜਾ ਉਹ ਵਿਸ਼ਾਲ ਸੀਗਾ, ਲੱਕੜੀ ਦਾ ਬਣਿਆ ਹੋਇਆ ਸੀ। ਈਸਾ ਪੂਰਵ 322-182 ਵਿੱਚ ਮੌਰੀਆ ਕਾਲ ਖਾਸ ਕਰਕੇ ਅਸ਼ੋਕ ਦੇ ਰਾਜ ਵਿੱਚ ਇਮਾਰਤ ਕਲਾ ਨੇ ਬਹੁਤ ਜ਼ਿਆਦਾ ਉੱਨਤੀ ਕੀਤੀ ਸੀ। ਮੌਰੀਆ ਦੀ ਕਲਾ ਅਤੇ ਇਮਾਰਤ ਸਾਜੀ ਫਾਰਸੀ ਅਤੇ ਯੂਨਾਨੀ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਅਸ਼ੋਕ ਦੇ ਸ਼ਾਸਨ ਕਾਲ ਵਿੱਚ ਅਨੇਕ ਇਕਸ਼ਾਮ ਪੱਥਰਾਂ ਦੇ ਸਤੰਭ ਸਥਾਪਿਤ ਕੀਤੇ ਗਏ। ਇਹਨਾਂ ਸਤੰਭਾਂ ਵਿੱਚ ਧੰਮ ਦੀਆਂ ਸਿੱਖਿਆਵਾਂ ਨੂੰ ਅੰਕਿਤ ਕੀਤਾ ਗਿਆ। ਸਿਖਰ 'ਤੇ ਜਾਨਵਰਾਂ ਦੀਆਂ ਆਕ੍ਰਿਤੀਆਂ ਵਾਲੇ ਇਹ ਚਮਕਦਾਰ ਸਤੰਭ ਬਹੁਤ ਹੀ ਉੱਚ ਕੋਟੀ ਦੇ ਅਤੇ ਵਿਲੱਖਣ ਹਨ। ਅਗਲਾ ਪੁਆਇੰਟ ਹੈ ਜੀ ਸਾਰਨਾਥ ਦਾ ਸਤੰਭ, ਜਿਸ ਦੇ ਸਿਖਰ 'ਤੇ ਸ਼ੇਰ ਦੀ ਆਕ੍ਰਿਤੀ ਹੈ। ਭਾਰਤੀ ਗਣਤੰਤਰ ਦੇ ਰਾਸ਼ਟਰੀ ਚਿੰਨ੍ਹ ਦੇ ਰੂਪ ਵਿੱਚ ਸਵੀਕਾਰੀ ਗਈ ਹੈ। ਹਰ ਸਤੰਭ ਦਾ ਵਜ਼ਨ 50 ਟਨ ਅਤੇ ਉਸ ਦੀ ਉਚਾਈ 50 ਫੁੱਟ ਹੈ। ਸਾਂਚੀ ਅਤੇ ਸਾਰਨਾਥ ਦੇ ਸਤੂਪ ਮੌਰੀਆ ਕਾਲ ਦੀ ਉਪਲਬਧੀ ਦੇ ਪ੍ਰਤੀਕ ਹਨ। ਸਾਂਚੀ ਸਤੂਪ ਦੇ ਪ੍ਰਵੇਸ਼ ਦੁਆਰ 'ਤੇ ਜਾਤਕ ਕਥਾਵਾਂ ਦਾ ਚਿੱਤਰਨ ਉਸ ਸਮੇਂ ਦੇ ਕਲਾਕਾਰ ਦਾ ਸੌਂਦਰਿਆ ਬੋਧ ਅਤੇ ਉਹਨਾਂ ਦੀ ਕੁਸ਼ਲਤਾ ਦਾ ਨਮੂਨਾ ਹਨ। ਯੂਨਾਨੀ ਅਤੇ ਭਾਰਤੀ ਕਲਾ ਦੇ ਮਿਸ਼ਰਣ ਦੇ ਬਾਅਦ ਵਿੱਚ ਗੰਧਰਵ ਕਲਾ ਵਿਕਸਿਤ ਹੋਈ। ਦੂਜੀਆਂ ਕਲਾਵਾਂ ਅਤੇ ਇਮਾਰਤ ਸਾਜੀ ਦੀ ਸ਼ੈਲੀ ਮਥੁਰਾ ਸ਼ੈਲੀ ਅਤੇ ਅਮਰਾਵਤੀ ਸ਼ੈਲੀ ਦੇਸੀ ਸਨ। ਕੁਸ਼ਾਨ ਸ਼ਾਸਕਾਂ ਦੇ ਪ੍ਰਭਾਵ ਹੇਠ ਪਹਿਲੀ ਸਦੀ ਦੇ ਬਾਅਦ ਇਹਨਾਂ ਸ਼ੈਲੀਆਂ ਦੇ ਕਲਾਕਾਰਾਂ ਦੁਆਰਾ ਵੱਡੀ ਸੰਖਿਆ ਵਿੱਚ ਬੁੱਧ ਦੀਆਂ ਮੂਰਤੀਆਂ ਬਣਾਈਆਂ ਗਈਆਂ। ਅਗਲਾ ਪੁਆਇੰਟ ਹੈ ਜੀ ਗੰਧਾਰ ਕਲਾ ਵਿਦਿਆਲਿਆ ਦੇ ਅੰਤਰਗਤ ਬੁੱਧ ਦੀਆਂ ਜੀਵਤ ਮੂਰਤੀਆਂ ਵਿੱਚ ਬੁੱਧ ਨੂੰ ਯੂਨਾਨੀ ਦੇਵਤਿਆਂ ਦੇ ਸਮਾਨ ਬਣਾਇਆ ਗਿਆ। ਜਦੋਂ ਕਿ ਸਾਰੇ ਵਿਚਾਰ, ਪ੍ਰੇਰਨਾ ਅਤੇ ਵਿਸ਼ੇ ਭਾਰਤੀ ਸਨ। ਉਹਨਾਂ ਦੀ ਸਰੀਰਕ ਸੁੰਦਰਤਾ ਲਈ ਮਹਿੰਗੇ ਗਹਿਣੇ, ਪੋਸ਼ਾਕ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਾਰੀਆਂ ਮੂਰਤੀਆਂ ਪੱਥਰ, ਟੈਰਾਕੋਟਾ, ਸੀਮੈਂਟ ਵਰਗੇ ਪਦਾਰਥਾਂ ਨਾਲ ਬਣੀਆਂ ਹੋਈਆਂ ਹਨ ਅਤੇ ਕੁਝ ਮੂਰਤੀਆਂ ਸੀ ਜਿਹੜੀਆਂ ਉਹ ਮਿੱਟੀ ਦੀਆਂ ਬਣੀਆਂ ਹੋਈਆਂ ਹਨ। ਮਥੁਰਾ ਸ਼ੈਲੀ ਦੀਆਂ ਮੂਰਤੀਆਂ ਧੱਬੇਦਾਰ ਲਾਲ ਪੱਥਰ ਨਾਲ ਬਣਾਈਆਂ ਗਈਆਂ ਸਨ। ਉਹਨਾਂ ਵਿੱਚੋਂ ਅਧਿਆਤਮਿਕਤਾ ਝਲਕਦੀ ਸੀ। ਇੱਥੇ ਸਾਨੂੰ ਬੁੱਧ ਮੂਰਤੀਆਂ ਦੇ ਨਾਲ ਜੈਨ ਦੇਵਤਿਆਂ ਦੀਆਂ ਮੂਰਤੀਆਂ ਦੇਖਣ ਨੂੰ ਮਿਲਦੀਆਂ ਹਨ। ਅਗਲਾ ਪੁਆਇੰਟ ਹੈ ਆਂਧਰਾ ਦੇ ਸਾਤਵਾਹਨ ਸ਼ਾਸਕਾਂ ਦੀ ਸਰਪ੍ਰਸਤੀ ਹੇਠ ਅਮਰਾਵਤੀ ਸਕੂਲ ਵਿਕਸਿਤ ਹੋਇਆ। ਗੋਦਾਵਰੀ ਦੇ ਹੇਠਲੇ ਭਾਗ ਵਿੱਚ ਇੱਕ ਵਿਸ਼ਾਲ ਸਤੂਪ ਦਾ ਨਿਰਮਾਣ ਕੀਤਾ ਗਿਆ ਸੀ। ਇਸ ਸਤੂਪ ਦੇ ਗੋਲਕਾਰ ਖੰਡ ਅਤੇ ਦੀਵਾਰਾਂ ਉੱਤੇ ਬਹੁਤ ਹੀ ਖੂਬਸੂਰਤ ਨਕਾਸ਼ੀ ਕੀਤੀ ਗਈ। ਇਸ ਤੋਂ ਇਲਾਵਾ ਨਾਗਾਰਜੁਨ ਤੋਂ ਕੋਂਡਾਵੀ ਬੋਧੀਆਂ ਦੀ ਇਮਾਰਤ ਸਾਜੀ ਲਈ ਹੋਰ ਪ੍ਰਸਿੱਧ ਨਗਰ ਸਨ। ਗੁਪਤ ਕਾਲ ਤੋਂ ਹੀ ਬਿਨਾਂ ਖੰਭਿਆਂ ਵਾਲੇ ਹਿੰਦੂ ਮੰਦਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ। ਇਸ ਦਾ ਇੱਕ ਉਦਾਹਰਨ ਦੇਵਗੜ੍ਹ, ਝਾਂਸੀ ਭਾਰਤ ਦੇ ਵਿੱਚ ਪ੍ਰਵੇਸ਼ ਹੋਇਆ। ਗੁੰਬਦ, ਮਿਹਰਾਬ ਅਤੇ ਮੀਨਾਰਾਂ ਇਸ ਕਾਲ ਦੀਆਂ ਇਮਾਰਤਾਂ ਦੇ ਅਟੁੱਟ ਅੰਗ ਹਨ। ਸ਼ਾਸਕਾਂ ਦੁਆਰਾ ਬਣਾਏ ਗਏ ਮਹਿਲਾਂ, ਮਸਜਿਦਾਂ ਅਤੇ ਮਕਬਰੇ ਆਦਿ ਵਿੱਚ ਇਹ ਸਾਰੇ ਲੱਛਣ ਪਾਏ ਜਾਂਦੇ ਸਨ। ਸੋ ਇਹਦਾ ਬਾਕੀ ਭਾਗ ਜਿਹੜਾ ਤੁਹਾਨੂੰ ਅਸੀਂ ਅਗਲੇ ਚੈਪਟਰ ਦੇ ਵਿੱਚ ਪ੍ਰੋਵਾਈਡ ਕਰ ਦਾਂਗੇ, ਕਿਉਂਕਿ ਵੀਡੀਓ ਜਿਹੜੀ ਉਹ ਜ਼ਿਆਦਾ ਲੌਂਗ ਹੋ ਜਾਂਦੀ ਹੈ। ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ। ਧੰਨਵਾਦ।